ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਕਬੀਰ ਜੀ। ਸ਼ਲੋਕ 10ਵਾਂ। ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉੱਬੇ ਜੰਤ, ਲੈ ਫਾਹੇ ਉਠ ਧਾਵਤੇ, ਸੇ ਜਾਨ ਮਰੇ ਭਗਵੰਤ। ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉੱਬੇ ਜੰਤ, ਲੈ ਫਾਹੇ ਉਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਭਗਤ ਜੀ ਆਪਾਂ ਨੂੰ ਸੰਸਾਰ ਦੀ ਹਾਲਤ ਬਾਰੇ ਸਮਝਾ ਰਹੇ ਨੇ। ਜਿੱਥੇ ਅਸੀਂ ਆ ਕੇ ਇਹ ਭਵਸਾਗਰ 'ਚ ਜਨਮ ਲਿਆ ਵਾ, ਇੱਥੋਂ ਹੁਣ ਛੁਟਕਾਰਾ ਪਾਉਣਾ, ਪਰ ਕੁਦਰਤ ਦੀ ਰਹਿਮਤ ਤੋਂ ਬਿਨਾਂ, ਸਤਿਗੁਰਾਂ ਭਗਤਾਂ ਦੇ ਦਰਸਾਏ ਰਾਹ ਤੋਂ ਚੱਲੇ ਤੋਂ ਬਿਨਾਂ ਕਿਵੇਂ ਛੁਟਕਾਰਾ ਪਾਵਾਂਗੇ। ਜਿੰਨੀਆਂ ਵੀ ਸੰਸਾਰ 'ਚ ਮੱਤਾਂ ਹੁਣ ਤੱਕ ਅਸੀਂ ਕਰਕੇ ਆਏ ਨੇ, ਪ੍ਰਚਲਿਤ ਮੱਤਾਂ ਜੋ ਚੱਲਦੀਆਂ ਆਈਆਂ ਨੇ, ਚੱਲਦੀਆਂ ਰਹਿਣਗੀਆਂ, ਇਹ ਤਾਂ ਸਾਰੀਆਂ ਭਾਈ ਸਰੀਰ ਕਰਕੇ ਨੇ। ਜਿੰਨੇ ਵੀ ਧਰਮ ਕਰਮ ਨੇ ਸਾਰੇ ਸਰੀਰ ਕਰਕੇ ਨੇ। ਇਹ ਸੰਸਾਰ ਜਿਹੜਾ ਹਨੇਰੇ ਦੀ ਕੋਠੜੀ ਹੈ, ਸਾਰੇ ਜੀਵ ਇਹਦੇ ਵਿੱਚ ਹਨੇਰੇ 'ਚ ਫਸੇ ਹੋਏ ਨੇ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ ਸੁਖਮਨੀ ਸਾਹਿਬ ਦੇ, ਅੰਧਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਸਤਿਗੁਰ ਤਾਂ ਐਂ ਸਮਝਾਉਂਦੇ ਆ ਭਾਈ, ਇਹ ਹਨੇਰੇ ਦਾ ਖੂਹ ਹੈ। ਇਹ ਜੀਵ ਸਾਰੇ ਪਤਤ ਉੱਪਰੋਂ ਨਾਮ ਨਾਲ ਟੁੱਟ ਕੇ, ਆਤਮਾ ਪ੍ਰਾਤਮਾ ਨਾਲ ਟੁੱਟ ਕੇ ਆਪਦੇ ਮੂਲ ਨੂੰ ਹਨੇਰੇ ਦੇ ਖੂਹ 'ਚ ਡਿੱਗੀ ਹੋਈ ਹੈ। ਕਾਹਦਾ ਖੂਹ ਹੈ ਭਾਈ ਇਹ? ਅੰਧਕੂਪ ਮੈਂ ਪਤਤ ਵਿਕਰਾਲ, ਵਿਕਾਰਾਂ ਦਾ ਰੌਲਾ ਪੈ ਰਿਹਾ, ਲੋਭ ਰੌਲਾ ਪਾ ਰਿਹਾ, ਮੋਹ ਵਿਕਾਰ ਰੌਲਾ ਪਾ ਰਿਹਾ ਭਾਈ ਸਾਰੇ। ਪਰ ਹੁਣ ਇਹ ਜੀਵ ਨੂੰ ਤੇ ਗਿਆਨ ਹੀ ਨਹੀਂ ਹੈਗਾ। ਕਿਹੜੀ ਅਰਦਾਸ ਕਰਾਂ, ਕਿਵੇਂ ਮੇਰਾ ਛੁਟਕਾਰਾ ਹੋਵੇ। ਅਸੀਂ ਜਿੰਨੇ ਧਰਮ ਕਰਮ ਕਰਦੇ ਹਾਂ ਸਾਰੇ ਦੇਖ ਹੀ ਰਹੇ, ਇੰਨਾ ਦਾ ਗਿਆਨ ਆਪਾਂ ਨੂੰ ਹੈਗਾ ਹੀ ਹੈ। ਸਾਰੇ ਸਮਝਦੇ ਹੁੰਦੇ ਇੰਨੀ ਗੱਲ ਤਾਂ। ਅਸੀਂ ਤਾਂ ਮਾਇਆ ਦੀ ਅਰਦਾਸ ਕਰਦੇ ਹਾਂ ਰੋਜ਼ ਉੱਠ ਕੇ। ਮਾਇਆ ਕਿਤੇ ਅਰਦਾਸ ਕਰਨ ਨਾਲ ਮਿਲਦੀ ਹੈ? ਜੇ ਅਰਦਾਸ ਕਰਨ ਨਾਲ ਮਿਲਦੀ ਹੋਵੇ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ। ਸਤਿਗੁਰਾਂ ਨੇ ਸਮਝਾਇਆ, ਸੋਚੇ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਸੋਚਦੇ ਰਹਿੰਦੇ ਉਹ 'ਚ ਚਿੰਤਾ ਪੈਦਾ ਹੋ ਜਾਂਦੀ ਹੈ। ਚਿੰਤਾ ਸਾਨੂੰ ਕੁਦਰਤ ਨੂੰ ਤੋੜ ਕੇ ਰੱਖਦੀ ਹੈ। ਉਹੀ ਸਾਡਾ ਜੰਮਣ ਮਰਨਾ ਹੈ। ਇਹ ਬਾਣੀ ਚਿੰਤਾ ਮੁਕਤ ਹੈ। ਕਹਿੰਦੇ ਵੀ ਅਸੀਂ ਪਰ ਮੰਨਦੇ ਨਹੀਂ ਹੈਗੇ। ਤੁਰਕੀ ਬਾਣੀ ਆਈ, ਸਗਲੀ ਚਿੰਤ ਮਿਟਾਈ। ਕਿਵੇਂ ਸਾਡਾ ਛੁਟਕਾਰਾ ਹੋਵੇ? ਸਤਿਗੁਰ ਸਮਝਾਉਂਦੇ ਨੇ, ਅੰਧਕੂਪ ਮੈਂ ਪਤਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਹੇ ਦਿਆਲੂ ਪ੍ਰਭੂ, ਤੂੰ ਕਿਰਪਾ ਕਰ। ਇਸ ਮਨੁੱਖਾ ਦੇ ਹੀ ਲਾਸਟ ਪੌੜੀ ਹੈ, ਸਾਡਾ ਇੱਥੋਂ ਛੁਟਕਾਰਾ ਹੋ ਜਾਏ। ਤੂੰ ਕੱਢ ਲੈ। ਆਪਦੇ ਆਪੇ ਜੀਵ ਨਹੀਂ ਨਿਕਲ ਸਕਦਾ, ਪਰ ਇਹ ਮੰਨਦਾ ਹੀ ਨਹੀਂ। ਇਹ ਆਪਦੀ ਮਨ ਮੱਤ ਨਾਲ ਮਨ ਹੱਠ ਜੋਗ ਕਰਦਾ ਹੈ, ਧੂਣੇ ਤਪਾਉਂਦਾ ਹੈ, ਨੰਗੇ ਪੈਰੀਂ ਜਾਂਦਾ ਹੈ, ਬਹੁਤ ਕਸ਼ਟ ਸਹਿੰਦਾ ਹੈ, ਪਰ ਸੱਚ ਦਾ ਗਿਆਨ ਨਹੀਂ ਲੈਂਦਾ ਹੈ। ਛੱਡਣਾ ਵੀ ਚਾਹੁੰਦਾ ਸੰਸਾਰ ਨੂੰ, ਛੱਡਣਾ ਵੀ ਨਹੀਂ ਚਾਹੁੰਦਾ। ਦੋ ਹੱਥਾਂ 'ਚ ਲੱਡੂ ਭਾਈ ਕਿਵੇਂ ਚੱਲੂਗਾ, ਕਿਵੇਂ ਖਾਊਗਾ? ਬੇਨਤੀ ਕਰਨੀ ਹੈ ਅਸੀਂ। ਬੇਨਤੀ ਕਿਵੇਂ ਕਰਨੀ ਹੈ? ਅਰਦਾਸ ਕਿਵੇਂ ਕਰੀਏ ਉਹਦੇ ਅੱਗੇ? ਸਾਡੀ ਤਾਂ ਅਰਦਾਸ ਹੀ ਜਿਹੜੀ ਹੈਗੀ ਹੈ ਸਾਰੀ ਸਰੀਰ ਕਰਕੇ ਹੈ। ਜਿੰਨੇ ਕਰਮ ਧਰਮ ਅਸੀਂ ਕਰਦੇ ਹਾਂ ਸਾਰੇ ਸਰੀਰ ਕਰਕੇ। ਉਹ ਤਾਂ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਫਾਸਨ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਇੱਕ ਕੋਈ। ਛੁੱਟਣ ਦੀ ਤਾਂ ਫਿਰ ਇੱਕੇ ਵਿਧੀ ਸੀਗੀ। ਉਹ ਕੀ ਹੈ? ਗੁਰਮਤ, ਗਿਆਨਮਤ। ਤੈਨੂੰ ਸਾਡਾ ਕਲਯੁਗ 'ਚੋਂ ਛੁਟਕਾਰਾ ਹੋਣਾ ਸੀਗਾ। ਧੀ ਪੁੱਤਾਂ ਦੇ ਰਿਸ਼ਤੇ, ਸੰਸਾਰੀ ਮਾਇਆ ਦੇ ਰਿਸ਼ਤੇ, ਇਹ ਸੰਗਲ ਨੇ, ਇਹ ਵੱਧਦੇ ਚਲੇ ਜਾਂਦੇ ਨੇ। ਹਨੇਰਾ ਹੈ, ਸਾਨੂੰ ਗਿਆਨ ਨਹੀਂ, ਅਗਿਆਨਤਾ। ਰਾਤੀ ਹੋਵੇ ਕਾਰੀਆਂ ਤੋਂ ਭਾਵ ਹੈ ਅਗਿਆਨਤਾ ਹੈ। ਸਾਡੇ ਅੰਦਰ ਅਗਿਆਨਤਾ ਵਾ, ਬਾਹਰ ਤਾਂ ਫਿਰ ਦਿਨ ਵੀ ਚੜ੍ਹ ਜਾਂਦਾ ਹੈ। ਉਹ ਸੰਸਾਰੀ ਨੇ। ਅੰਮ੍ਰਿਤ ਵੇਲਾ ਵੀ ਉਹ ਸੰਸਾਰੀ, ਆਪਾਂ ਪਹਿਲਾਂ ਸਮਝਾਇਆ ਹੀ ਹੋਇਆ ਵਾ। ਆਤਮਾ ਕਦੋਂ ਜਾਗੂਗੀ? ਆਤਮਾ ਦਾ ਕਦੋਂ ਅੰਮ੍ਰਿਤ ਵੇਲਾ ਹੋਊਗਾ?
ਫੇਰ ਹੀ ਇਹ ਹਨੇਰੀ ਦੀ ਰਾਤ 'ਚੋਂ ਨਿਕਲੂਗੀ। ਜਪਜੀ ਸਾਹਿਬ 'ਚ ਵੀ ਸਤਿਗੁਰਾਂ ਨੇ ਸਮਝਾਇਆ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਹੇ ਜੀਵ, ਜੋ ਤੇਰਾ ਅੰਮ੍ਰਿਤ ਵੇਲਾ ਹੋਊਗਾ, ਤੇਰੀ ਆਤਮਾ ਜਾਗ ਜੂਗੀ, ਫੇਰ ਹੀ ਤੂੰ ਸੱਚ ਦੀ ਵਡਿਆਈ ਕਰ ਸਕਦਾ। ਪਹਿਲਾਂ ਤਾਂ ਤੂੰ ਆਪਦੀ ਹੀ ਕਰਾਏਗਾ। ਉਹ ਦੇਖਦੇ ਹੀ ਆਪਾਂ ਸਾਰੇ ਆਪਦੀ ਹੀ ਕਰਾਉਂਦੇ। ਕੁਦਰਤ ਦੀ ਵਡਿਆਈ ਕਰ ਦੇਵੇ ਇਹ ਜੀਵ ਕਦੇ ਵੀ ਨਹੀਂ ਹੋ ਸਕਦਾ। ਉਹਦੀ ਰਹਿਮਤ ਤੋਂ ਬਿਨਾਂ ਕਿਵੇਂ ਕਰਦੇ। ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ ਸੁਖਮਨੀ ਸਾਹਿਬ ਦੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ। ਉਹਦੀ ਉਸਤਤ, ਉਹਦੀ ਕਿਰਪਾ ਤੋਂ ਬਿਨਾਂ ਕਿਵੇਂ ਕਰ ਦਾਂਗੇ। ਆਤਮਾ ਸਾਡੀ ਸੁੱਤੀ ਪਈ ਹੈ, ਫਿਰ ਵੀ ਅਸੀਂ ਕਰੀ ਜਾਂਦੇ ਹਾਂ। ਉਹ ਅਗਿਆਨਤਾ, ਉਹੀ ਭਗਤ ਜੀ ਸਮਝਾ ਰਹੇ। ਲੈ ਫਾਹੇ ਉਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਫਿਰ ਮਾਇਆ ਦੇ ਵਿੱਚ ਤਾਂ ਭਾਈ ਇਹੀ ਕੁਛ ਹੋਊਗਾ। ਦੁੱਖ ਸਾਗਰ ਹੈ, ਦੁੱਖਾਂ ਦੇ ਪਹਾੜ ਟੁੱਟਣਗੇ। ਸਰੀਰ ਕਰਕੇ ਦੁੱਖ ਰਹਿਣਗੇ ਜਦ ਤੱਕ ਇਹ ਸਰੀਰ ਤੋਂ ਸਾਡਾ ਛੁਟਕਾਰਾ ਨਹੀਂ ਹੁੰਦਾ, ਜੰਮਣ ਮਰਨ ਤੋਂ, ਸਤਿਗੁਰ ਦਾ ਦਰਸ਼ਨ ਨਹੀਂ ਹੁੰਦਾ ਸਾਨੂੰ। ਕਿਵੇਂ ਛੁਟਕਾਰਾ ਹੋਊਗਾ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਜਦ ਤੱਕ ਜੰਮਣ ਮਰਨ ਦਾ ਸਾਡਾ ਜਿਹੜਾ ਕਾਲ ਭੈ ਇਹ ਖਤਮ ਨਹੀਂ ਹੋਊਗਾ, ਅਸੀਂ ਕਿਵੇਂ ਨਾਮ ਜਪਾਂਗੇ। ਸੁੱਤੇ ਪਏ ਨਾਮ ਜਪਦੇ ਤੈਨੂੰ ਆਨੰਦ ਨਹੀਂ ਆਉਂਦਾ। ਕਹਿੰਦੇ ਨੇ ਮਨ ਨਹੀਂ ਟਿਕਦਾ। ਸੁੱਤੇ ਪਏ ਨੂੰ ਆਨੰਦ ਆਉਂਦਾ ਹੁੰਦਾ ਭਾਈ। ਸੁੱਤੇ ਪਏ ਨੂੰ ਤਾਂ ਕੋਈ ਕੁਛ ਕਹੀ ਜਾਵੇ ਉਹਨੂੰ ਪਤਾ ਹੀ ਨਹੀਂ ਹੁੰਦਾ। ਸੁੱਤਾ ਤਾਂ ਸੰਸਾਰ ਦੇ ਨਾਲ ਹੁੰਦਾ ਹੀ ਨਹੀਂ ਗਾ। ਸੁੱਤਾ ਔਰ ਮਰਿਆ ਇੱਕ ਬਰਾਬਰ ਹੀ ਹੁੰਦਾ ਵਾ। ਲੈ ਫਾਹੇ ਉਠ ਧਾਵਤੇ, ਸੇ ਜਾਨ ਮਾਰੇ ਭਗਵਾਨ। ਭਗਵੰਤ ਅੱਗੇ ਬੇਨਤੀ ਕਰਨੀ ਸੀਗੀ, ਭਗਵੰਤ ਨੂੰ ਤਾਂ ਅਸੀਂ ਹੁਕਮ ਕਰਨ ਲੱਗ ਗਏ, ਸਾਡਾ ਆਹ ਕਰ ਦੇ, ਤੇਰੇ ਅਸੀਂ ਇੰਨੇ ਆ ਪਾਠ ਕਰਾ ਦਾਂਗੇ, ਤੇਰਾ ਕਿਰਿਆ ਕਰਮ ਕਰ ਦਾਂਗੇ, ਅਸੀਂ ਜੱਗ ਕਰ ਦਾਂਗੇ। ਕਦੇ ਸਤਿਗੁਰਾਂ ਤੋਂ ਪੁੱਛ ਕੇ ਦੇਖਿਆ ਵੀ ਅਸੀਂ ਕੀ ਲੈ ਕੇ ਆਏ ਹਾਂ। ਸਤਿਗੁਰ ਤਾਂ ਇਹ ਸਮਝਾ ਰਹੇ ਨੇ, ਕੌਣ ਵਸਤ ਆਈ ਤੇਰੇ ਸੰਗ, ਲਪਟ ਰਿਹੋ ਰਸ ਲੋਭੀ ਪਤੰਗ। ਹੇ ਮਨਾ, ਕੀ ਲੈ ਕੇ ਆਇਆ ਤੂੰ ਇੱਥੇ, ਜਿਹੜਾ ਉਹਦਾ ਅੱਗੇ ਭੇਟਾ ਕਰੇਂਗਾ ਤੂੰ। ਇਹ ਸਰੀਰ ਤਾਂ ਉਹਦੀ ਰਹਿਮਤ ਨਾਲ ਮਿਲਿਆ। ਇਹ ਸਾਨੂੰ ਸਾਰਾ ਸੱਚ ਦੇ ਗਿਆਨ ਤੋਂ ਪਤਾ ਲੱਗਦਾ ਵੀ ਇਹ ਜਿਹੜੇ ਅੱਖ ਮੂੰਹ ਕੰਨ ਸਾਰੇ ਲਾਏ ਨੇ ਸਾਡੇ, ਉਹਨੇ, ਇਹ ਤਾਂ ਉਹਦੀ ਰਹਿਮਤ ਹੈ। ਜੇ ਆਪਾਂ ਸੁਖਮਨੀ ਸਾਹਿਬ ਦੇ ਬਚਨ ਲੈ ਲਈ ਸਤਿਗੁਰਾਂ ਦੇ, ਜਿਨ ਤੂੰ ਸਾਜ ਸਵਾਰ ਸੰਗਾਰਿਆ, ਗਰਭ ਅਗਰ ਮੈਂ ਜਿਹਨੇ ਉਵਾਰਿਆ। ਇਹ ਤਾਂ ਸਾਰੀ ਉਹਦੀ ਰਹਿਮਤ ਹੈ। ਸਰੀਰ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ। ਉਹ ਸੱਚ ਦਾ ਗਿਆਨ ਨਾ ਹੋਣ ਕਰਕੇ ਅਸੀਂ ਉਹਦੇ ਅੱਗੇ ਅਰਦਾਸ ਨਹੀਂ ਕਰ ਸਕਦੇ। ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਤਿਗੁਰੂ ਭਗਤਾਂ ਦੇ ਦਰਸਾਏ ਰਾਹ ਤੋਂ ਬਾਅਦ ਸਾਨੂੰ ਸਮਝ ਆਉਣੀ ਹੈ ਵੀ ਕੀ ਸਮਝਾ ਰਹੇ ਨੇ ਸਾਨੂੰ ਸਤਿਗੁਰੂ। ਫਿਰ ਅਸੀਂ ਕਿਹੜੀ ਅਰਦਾਸ ਕਰ। ਸਤਿਗੁਰੂ ਤਾਂ ਸਮਝਾ ਰਹੇ ਨਾ, ਬਿਰਥੀ ਨਾ ਹੋਈ ਜਨ ਕੀ ਅਰਦਾਸ। ਵੀ ਭਾਈ ਇਹਦੀ ਅਰਦਾਸ ਬਿਰਥੀ ਜਾਂਦੀ ਹੀ ਨਹੀਂ ਹੈਗੀ। ਪਰ ਸਤ ਸੰਤੋਖ ਹੋਵੇ ਅਰਦਾਸ। ਸੱਚ ਦੇ ਗਿਆਨ ਤੋਂ ਬਾਅਦ ਜਦੋਂ ਮਨ ਨੂੰ ਸੰਤੋਖ ਆਉਂਦਾ ਹੈ, ਫਿਰ ਅਰਦਾਸ ਹੋਵੇ, ਫਿਰ ਸਾਡੇ ਤੋਂ ਛੁਟਕਾਰਾ ਹੋਊਗਾ। ਉਹੀ ਭਗਤ ਜੀ ਸਮਝਾ ਰਹੇ ਨੇ। ਰੀਤ ਰਾਤੀ ਹੋਵੇ ਕਾਰੀਆਂ, ਕਾਰੇ ਉਬੇ ਜੰਤ, ਲੈ ਫਾਹੇ ਉਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਅਸੀਂ ਹੋਰ ਸੰਗਲ ਟੈਟ ਕਰੀ ਜਾਂਦੇ ਹਾਂ, ਹੋਰ ਫਾਹੇ ਕੱਸੀ ਜਾਂਦੇ। ਜਾਨੂੰ ਅੰਤ ਨੂੰ ਸਮਾਂ ਆ ਜਾਂਦਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਜਾਨੂੰ ਸਮਾਂ ਆ ਜਾਂਦਾ ਭਾਈ। ਜੇ ਆਪਾਂ ਪੱਟਾਂ ਦੇ ਸਵਈਆਂ ਦੇ ਬਚਨ ਲਈਏ ਸਤਿਗੁਰਾਂ ਦੇ, ਕੀ ਸਮਝਾਉਂਦੇ ਨੇ ਸਾਨੂੰ। ਸਤ ਸਤ ਹਰ ਸਤ, ਸਤ ਸੱਤੇ ਸਤ ਭਣੀਏ, ਦੂਸਰ ਆਨ ਨਾ ਅਵਰ, ਪੁਰਖ ਪੁਰਾਤਨ ਸੁਣੀਏ। ਉਹ ਕਹਿੰਦੇ ਸਾਰੇ ਮੰਨਦੇ ਹੀ ਆਉਂਦੇ ਨੇ ਪਿੱਛੇ ਤੋਂ ਵੀ ਹਰ ਇੱਕ ਹੀ ਸੱਤ ਵਾ, ਦੂਆ ਤਾਂ ਹੈ ਨਹੀਂ ਕੋਈ। ਉਹ ਹਮੇਸ਼ਾ ਰਹਿੰਦਾ। ਸੰਸਾਰ ਝੂਠ ਹੈ, ਫਿਰ ਵੀ ਅਸੀਂ ਮੰਨਦੇ ਨਹੀਂ। ਕਿਉਂ ਨਹੀਂ ਮੰਨਦੇ? ਕਾਰਨ ਕੀ ਹੈ? ਅਸੀਂ ਗੁਰੂ ਛੱਡਤਾ, ਬਾਣੀ ਛੱਡਤੀ। ਬਾਣੀ ਨੂੰ ਸੁਣਨਾ ਸੀ ਆਇਆ, ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲਗ ਲਾਲਚ, ਬਿਰਥਾ ਜਨਮ ਪ੍ਰਾਣੀ। ਬਾਣੀ ਸੁਣੀ ਨਹੀਂ, ਸੁਣਨ ਤੋਂ ਬਾਅਦ ਹੀ ਸਾਨੂੰ ਗਿਆਨ ਪੈਦਾ ਹੋਣਾ ਸੀਗਾ। ਬੱਚਾ ਜੇ ਆਪਣਾ ਜਾਂਦਾ ਸਕੂਲ ਪੜ੍ਹਨ, ਜੋ ਟੀਚਰ ਦੀ ਗੱਲ ਸੁਣਦਾ ਹੀ ਨਹੀਂ ਤਾਂ ਕਿਵੇਂ ਪੜ੍ਹੂਗਾ? ਸੁਣਨੀ ਪਊਗੀ, ਉਹਨੂੰ ਸੁਣ ਕੇ ਪੜ੍ਹੂਗਾ। ਇਵੇਂ ਗੁਰੂ ਵੱਡਾ ਹੁੰਦਾ ਭਾਈ। ਗੁਰੂ ਨੂੰ ਸੁਣਨਾ, ਸਮਝਣਾ, ਫਿਰ ਉਹ 'ਚ ਸਾਨੂੰ ਸੱਚ ਦਾ ਗਿਆਨ ਪੈਦਾ ਹੋਊ। ਫਿਰ ਸਾਨੂੰ ਪਤਾ ਲੱਗੂ ਵੀ ਅਸੀਂ ਕਿਹੜੀ ਅਰਦਾਸ ਕਰਨੀ ਹੈ, ਕੀ ਕਹਿਣਾ, ਕੀ ਮੰਗਣਾ। ਫਿਰ ਸਾਡੇ 'ਤੇ ਕਿਰਪਾ ਹੋਊ। ਨਾ ਹੋਵੇ, ਹੋ ਹੀ ਨਹੀਂ ਸਕਦਾ। ਅੱਗੇ ਸਮਝਾਉਂਦੇ ਨੇ,
ਅੰਮ੍ਰਿਤ ਹਰ ਕੋ ਨਾਮ ਲੇਤ ਮਨ ਸਭ ਸੁਖ ਪਾਏ। ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਅਗਾਏ। ਸਤਿਗੁਰ ਤਾਂ ਸਮਝਾ ਰਹੇ ਨੇ ਭੱਟ, ਕਹਿੰਦੇ ਜਿਹੜਾ ਇਹ ਬਾਣੀ ਹੈ, ਅੰਮ੍ਰਿਤ ਹਰ ਕਾ ਨਾਮ ਹੈ, ਜਿਹੜਾ ਹਰ ਦਾ ਗਿਆਨ ਹੈ, ਜਿਹਨੇ ਲਿਆ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ। ਉਹ ਤਾਂ ਬਚਨ ਕਰਦੇ ਨੇ ਭਾਈ, ਜਿਨ੍ਹਾਂ ਨੂੰ ਇਹ ਰਸ ਆ ਗਿਆ, ਜਿਹਨੂੰ ਭਰੋਸਾ ਬਣ ਗਿਆ, ਉਹ ਤਾਂ ਤ੍ਰਿਪਤ ਹੋ ਗਏ। ਅਗਾਏ ਮਤਲਬ ਰੱਜ ਕੇ, ਕੋਈ ਇੱਛਾ ਹੀ ਨਹੀਂ ਰਹੀ। ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ। ਅੱਗੇ ਸਤਿਗੁਰ ਸਮਝਾ ਰਹੇ ਨੇ, ਜਹ ਠਾਕਰ ਸੋ ਪ੍ਰਸੰਨ ਪਇਓ ਸਤ ਸੰਗਤ ਹੈ ਪਿਆਰ। ਜੀ 'ਤੇ ਫਿਰ ਕਿਰਪਾ ਹੁੰਦੀ ਹੈ, ਕੁਦਰਤ ਦੀ ਰਹਿਮਤ ਹੋ ਜਾਂਦੀ ਹੈ। ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹਨਾਂ 'ਤੇ ਫਿਰ ਕਿਰਪਾ ਹੋ ਜਾਂਦੀ। ਸੱਚ ਦਾ ਗਿਆਨ, ਸਤ ਸੰਗਤ ਤੋਂ ਭਾਵ ਹੈ ਸੱਚ ਦਾ ਗਿਆਨ। ਅੰਤਰਾਤਮਾ ਨਾਲ ਪ੍ਰਾਤਮਾ ਇੱਕ ਹੋ ਜਾਂਦੀਆਂ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਉਹਦੀ ਜਿਹੜੀ ਹੈਗੀ ਹੈ ਦੁਵਿਧਾ ਖਤਮ ਹੋ ਜਾਂਦੀ ਹੈ। ਉਹਨੂੰ ਸੱਚ ਨਾਲ ਪ੍ਰੇਮ ਹੋ ਜਾਂਦਾ। ਸੱਚ ਅੱਖਾਂ ਨਾਲ ਨਹੀਂ ਦਿੰਦਾ ਹੈਗਾ। ਸੱਚ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਸੱਚ ਹੈਗਾ ਬੁੱਧੀ ਦਾ ਵਿਸ਼ਾ। ਜੈ ਠਾਕਰ ਸੋ ਪ੍ਰਸੰਨ ਪਇਓ ਸਤ ਸੰਗਤ ਹੈ ਪਿਆਰ। ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਦਾਰ। ਐਸਾ ਕੋਈ ਗੁਰਸਿੱਖ ਹੋਵੇ, ਕਹਿੰਦੇ ਉਹਦੇ ਨਾਲ ਕੋਈ ਵੀ ਜੁੜ ਕੇ ਉਹਦਾ ਆਧਾਰ ਹੋ ਸਕਦਾ ਹੈ। ਗੁਰਬਾਣੀ ਨਾਲ ਕੋਈ ਕੁੱਲ ਹੁੰਦੀਆਂ ਮੱਤਾਂ, ਨਿਰਾਕਾਰ ਦੇਹ 'ਚ ਕੁੱਲ ਕੋਈ ਨਹੀਂ ਹੁੰਦੀ। ਇਹ ਸਰੀਰ ਕਰਕੇ ਨੇ ਕੁੱਲ। ਕੋਈ ਵੀ ਇਹਦੇ ਨਾਲ ਜੁੜੂਗਾ ਉਹਦਾ ਭਲਾ ਹੋਊਗਾ, ਉਹਦਾ ਆਧਾਰ ਹੋਊ, ਉਹਦੀ ਗਤੀ ਹੋਊਗੀ। ਅੱਗੇ ਕੀ ਸਮਝਾਉਂਦੇ ਸਤਿਗੁਰ, ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ। ਸੱਚੇ ਤਖਤ ਨਿਵਾਸ ਸੱਚ ਤਵਾਫਸ ਕਰਿਓ। ਸੱਚ ਦੀ ਪ੍ਰਾਪਤੀ ਖਾਤਰ ਉਹ ਗੁਰਸਿੱਖ ਸੰਗਤ ਜਿਹੜੀ ਲੱਗੂਗੀ, ਚੌਂ ਵਰਨਾ ਕੋ ਉਪਦੇਸ਼ ਸਾਂਝਾ ਕੋਈ ਵੀ ਜਪ ਸਕਦਾ ਹੈ ਭਾਈ। ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਸੱਚ ਸਿਰਜਿਓ ਸੰਸਾਰ। ਸੱਚ ਨੇ ਸਿਰਜਿਆ ਭਾਈ ਇਹ। ਆਪ ਭੁੱਲ ਨਾ ਭੁੱਲੋ। ਉਹਨੇ ਜੀਵ ਇੱਥੇ ਭੇਜੇ, ਉਹ ਆਪ ਨਹੀਂ ਭੁੱਲਦਾ ਹੈਗਾ। ਜੇ ਆਪਾਂ ਰਹਿ ਰਸ ਦੇ ਬਚਨ ਲਈਏ ਸਤਿਗੁਰਾਂ ਦੇ, ਦਿੰਦਾ ਰਹੇ ਨਾ ਚੁੱਕੇ ਭੋਗ। ਸਾਰੇ ਜੀਵਾਂ ਦੀ ਉਹ ਪਾਲਣਾ ਕਰਦਾ ਰਹਿੰਦਾ, ਅਸੀਂ ਭੁੱਲ ਜਾਂਦੇ ਹਾਂ। ਰਤਨ ਨਾਮ ਉਪਾਰ ਕੀਮ ਨਹੀਂ ਪਾਵੇ ਅਮੁੱਲੋ। ਇਹ ਨਾਮ ਬਹੁਤ ਕੀਮਤੀ ਹੈ ਭਾਈ। ਇਹ ਮਨੁੱਖਾ ਦੇਹੀ 'ਚ ਆਪਾਂ ਨੂੰ ਮਿਲਣਾ ਹੈ। ਲਾਸਟ ਪੌੜੀ ਆ, ਇਹਦੀ ਆਪਾਂ ਕਮਾਈ ਕਰਨੀ ਹੈ। ਜਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨੂ ਪਾਏ। ਉਹ ਗੋਬਿੰਦ ਦੀ ਕਿਰਪਾ ਲੈਣੀ ਹੈ ਭਾਈ, ਉਹਦੇ ਅੱਗੇ ਅਰਦਾਸ ਕਰਨੀ ਹੈ। ਉਹਦੀ ਰਹਿਮਤ ਤੋਂ ਬਿਨਾਂ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਸੰਸਾਰੀ ਸੁੱਖਾਂ ਖਾਤਰ ਅਸੀਂ ਦੌੜ ਲਾਉਂਦੇ ਹਾਂ, ਉਹ ਸਰੀਰ ਕਰਕੇ ਨੇ। ਆਤਮ ਸੁੱਖ ਤਾਂ ਹੈ ਹੀ ਨਹੀਂ ਗਾ। ਆਤਮ ਸੁੱਖ ਤਾਂ ਉਹਦੀ ਕਿਰਪਾ ਨਾਲ ਮਿਲਣਾ। ਜਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ। ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੋਹੜ ਫਿਰ ਜੂਨ ਨਾ ਆਵੇ। ਸਤਿਗੁਰ ਤੇ ਸਮਝਾਉਂਦੇ ਨੇ ਭਾਈ, ਜਿਹਨੂੰ ਸੱਚ ਦਾ ਗਿਆਨ ਹੋ ਜਾਵੇ, ਗੁਰ ਤੋਂ ਭਾਵ ਗਿਆਨ ਗੁਰਬਾਣੀ ਦਾ, ਉਹ ਤਾਂ ਫਿਰ ਜਨਮ ਮਰਨ ਚਾਹੁੰਦਾ ਹੀ ਨਹੀਂ ਹੈਗਾ। ਉਹ ਸੱਚ ਦੀ ਵਡਿਆਈ ਕਰਦਾ ਕਰਦਾ ਹੀ ਉਹ 'ਚ ਸਮਾ ਜਾਂਦਾ ਵਾ। ਗੁਰ ਸ਼ਬਦ ਸਮਾਵੈ। ਇਹੀ ਭਗਤ ਜੀ ਸਮਝਾ ਰਹੇ ਨੇ। ਕਬੀਰ, ਰਾਤੀ ਹੋਵੇ ਕਾਰੀਆਂ ਕਾਰੇ ਉੱਭੇ ਜੰਤ। ਲੈ ਫਾਹੇ ਉਠ ਧਾਵ ਤੇ ਸੇ ਜਾਨ ਮਾਰੇ ਭਗਵਾਨ। ਇਹ ਹਨੇਰੀ ਦੀ ਕੋਠੜੀ ਆ ਭਾਈ ਸੰਸਾਰ। ਇੱਥੋਂ ਆਪਾਂ ਹੁਣ ਨਿਕਲਣਾ ਵਾ। ਇਹ ਮਾਇਆ ਦਾ ਖੇਲ ਹੈ, ਕੁਦਰਤ ਨੇ ਬਣਾਇਆ। ਉਹਦੇ ਵੱਚ ਹੈ, ਕਿਸੇ ਕੋਲੇ ਘੱਟ ਆ, ਕਿਸੇ ਕੋਲੇ ਵੱਧ ਹੈ। ਜੇ ਅਸੀਂ ਇਹਦੇ ਵਿਰੋਧ 'ਚ ਫਸੇ ਰਹੇ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਊਗਾ। ਆਓ ਸਾਰੇ ਮਿਲ ਕੇ ਉਹ ਕੁਦਰਤ ਦੀ ਰਹਿਮਤ ਲਈਏ, ਬਾਣੀ ਨੂੰ ਵਿਚਾਰੀਏ, ਆਪਾਂ ਨੂੰ ਵੀ ਪ੍ਰਾਪਤੀ ਹੋਵੇ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।